ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਤੇ ਮੈਂ ਸੁਖਵਿੰਦਰ ਸਿੰਘ ਸੋਖੀ ਤੇ ਅੱਜ ਅਸੀਂ ਆਏ ਹਾਂ ਰੋਪੜ ਪੰਜਾਬ, ਜਿਹਨੂੰ ਕਿ ਰੂਪਨਗਰ ਵੀ ਆਖਿਆ ਜਾਂਦਾ ਹੈ। ਇੱਧਰ ਆਪ ਜੀ ਦੇ ਰੂਬਰੂ ਅੱਜ ਕਰਾ ਰਹੇ ਹਾਂ ਬੜੇ ਹੀ ਨੌਜਵਾਨ ਸਤਿਗੁਰੂ ਉਦੇ ਸਿੰਘ ਜੀ ਦੁਆਰਾ ਥਾਪੇ ਗਏ ਸੂਬਾ ਭੁਪਿੰਦਰ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਵਰਗਵਾਸੀ ਸੂਬਾ ਮਨੀ ਸਿੰਘ ਦਾ ਛੋਟਾ ਮੁੰਡਾ ਸੂਬਾ ਭੁਪਿੰਦਰ ਸਿੰਘ ਰੋਪੜ ਤੋਂ ਆਪ ਜੀ ਦੇ ਰੂਬਰੂ ਹੋ ਰਿਹਾ ਹਾਂ ਜੀ। ਮੈਂ ਆਪ ਜੀ ਨਾਲ ਇੱਕ ਦੋ ਸਾਖੀਆਂ ਜੋ ਸਾਡੇ ਪਰਿਵਾਰ ਨਾਲ ਹੱਡ ਬੀਤੀਆਂ ਹੋਈਆਂ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੀਆਂ ਉਹ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਜੀ। ਜਦੋਂ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ, ਜਦੋਂ ਸਾਡੇ ਵੱਲ ਰੋਪੜ ਵੱਲ ਉਹਨਾਂ ਦਾ ਪਹਿਲਾ ਦੌਰਾ ਸੀਗਾ, ਉਦੋਂ ਸੂਬਾ ਮਨੀ ਸਿੰਘ ਜੀ ਸਾਡੇ ਵਿਚਕਾਰ ਹੀ ਸੀਗੇ। ਤੇ ਜਦੋਂ ਪਾਤਸ਼ਾਹ ਜੀ ਇੱਥੇ ਰੋਪੜ 'ਚ ਆਏ, ਉਹਨਾਂ ਨੇ ਸਾਰੇ ਘਰਾਂ ਵਿੱਚ ਚਰਨ ਪਾਏ ਪਾਤਸ਼ਾਹ ਜੀ ਨੇ। ਉਸ ਤੋਂ ਬਾਅਦ ਸਾਡੇ ਵੱਲ ਉਹਨਾਂ ਦਾ ਲੰਗਰ ਸੀਗਾ, ਲੰਗਰ ਛਕ ਕੇ ਪਾਤਸ਼ਾਹ ਨੇ ਜਦੋਂ ਸਾਰਿਆਂ ਨੂੰ, ਸਾਡੇ ਪਰਿਵਾਰ ਨੂੰ ਬਿਠਾਇਆ, ਹੋਰ ਸੰਗਤ ਨੂੰ ਬਿਠਾਇਆ, ਤੇ ਸੱਚ ਪਾਤਸ਼ਾਹ ਜੀ ਹੌਲੀ ਹੌਲੀ ਸਭ ਦੀਆਂ ਅਰਜ਼ਾਂ ਸੁਣਨ ਲੱਗ ਗਏ। ਤੇ ਅਰਜ਼ ਕਰਦੇ ਕਰਦੇ ਤਾਂ ਮੇਰੀ ਭਾਣਜੀ ਜਿਹੜੀ ਸ਼ੁਰੂ ਤੋਂ ਉਹਨੂੰ ਬਰਥ ਤੋਂ ਹੀ ਉਹਨੂੰ ਆਪਣੀ ਰਾਈਟ ਸਾਈਡ ਦੀ ਬੜੀ ਪ੍ਰੋਬਲਮ ਹੈਗੀ ਆ, ਤੇ ਉਹ ਖੜੀ ਖੜੀ ਥੋੜ੍ਹੀ ਜਿਹੀ ਉਹਦਾ ਮਨ ਭਰ ਗਿਆ ਤੇ ਮੈਨੂੰ ਉਹਨੇ ਇਸ਼ਾਰਾ ਕੀਤਾ ਮਾਮਾ ਜੀ, ਤੇ ਮੈਂ ਉਹਦੇ ਨਾਲ ਬਾਹਰ ਚਲਾ ਗਿਆ। ਮੈਂ ਕਿਹਾ ਪਤਾ ਨਹੀਂ ਇਹਨੇ ਮੇਰੇ ਨਾਲ ਕੀ ਗੱਲ ਕਰਨੀ ਹੈ। ਤੇ ਕਹਿੰਦੀ ਮਾਮਾ ਜੀ ਮੈਂ ਨਾ ਪਾਤਸ਼ਾਹ ਨੂੰ ਅਰਜ਼ ਕਰਨੀ ਹੈ ਵੀ ਮੈਂ ਕਿਹਾ ਚੱਲ ਠੀਕ ਹੈ। ਕਹਿੰਦੀ ਤੁਸੀਂ ਮੇਰੀ ਅਰਜ਼ ਕਰ ਦਿਓ। ਮੈਂ ਕਿਹਾ ਨਹੀਂ ਬੇਟੇ, ਜੋ ਤੂੰ ਆਪ ਅਰਜ਼ ਕਰਨੀ ਕਰ, ਮੈਂ ਤੇਰੀ ਸਪੋਰਟ ਕਰਾਂਗਾ, ਮੈਂ ਤੇਰੇ ਨਾਲ ਖੜਾ ਹੋ ਜਾਣਾ। ਤੇ ਕਹਿੰਦੀ ਠੀਕ ਹੈ ਜੀ। ਅਸੀਂ ਬਾਹਰ ਆ ਕੇ ਉਸ ਜਿੱਥੋਂ ਪਾਤਸ਼ਾਹ ਨੇ ਨਿਕਲਣਾ ਸੀ ਦਰਵਾਜ਼ੇ ਤੋਂ ਬਾਹਰ ਖੜੇ ਹੋ ਗਏ। ਤੇ ਪਾਤਸ਼ਾਹ ਜਦੋਂ ਉਹਨੂੰ ਐਕਚੁਅਲੀ ਕੀ ਥੋੜ੍ਹੀ ਜ਼ਿਆਦਾ ਪ੍ਰੋਬਲਮ, ਤੁਰਨ 'ਚ ਵੀ ਪ੍ਰੋਬਲਮ ਹੈਗੀ ਹੈ, ਤੇ ਉਹਨੂੰ ਨਾ ਹੱਥ ਜੋੜਨ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ। ਤੇ ਉਹ ਥੋੜ੍ਹੀ ਪਾਤਸ਼ਾਹ ਦੇ ਅੱਗੇ ਆਈ, ਮੈਂ ਨਾਲ ਆਇਆ, ਮੈਂ ਆ ਜਾ ਬੇਟਾ ਆ ਜਾ। ਤੇ ਪਾਤਸ਼ਾਹ ਨੂੰ ਅਰਜ਼ ਕੀਤੀ ਵੀ ਪਾਤਸ਼ਾਹ ਜੀ ਮੈਨੂੰ ਨਾ ਜਿੱਦਾਂ ਬਾਕੀ ਸਾਰੇ ਨੇ ਉੱਦਾਂ ਠੀਕ ਕਰ ਦਿਓ। ਤੇ ਸਾਰੇ ਇੱਥੇ ਕੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਤੇ ਸੱਚ ਪਾਤਸ਼ਾਹ ਜੀ ਆਏ ਤੇ ਉਹ ਇੰਨੀ ਗੱਲ ਕਹਿ ਕੇ ਨਾ ਬਹੁਤ ਬੁਰੀ ਤਰ੍ਹਾਂ ਰੋਣ ਲੱਗ ਗਈ। ਤੇ ਪਾਤਸ਼ਾਹ ਨੇ ਉਹਨੂੰ ਆਪਣੀ ਗਲਵੱਕੜੀ 'ਚ ਲਿਆ ਤੇ ਬੜੇ ਪਿਆਰ ਨਾਲ ਉਹਦੇ ਮੂੰਹ ਤੇ ਹੱਥ ਕੀਤਾ ਵੀ ਬੇਟੇ ਤੂੰ ਤੇ ਬੜੀ ਬੀਬੀ ਧੀ ਹੈ, ਤੂੰ ਤੇ ਬੜੀ ਵਧੀਆ ਧੀ ਹੈ, ਤੇਰੇ ਤੇ ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਕਰਨੀ ਹੈ, ਤੂੰ ਤੇ ਬਹੁਤ ਵਧੀਆ ਹੋ ਜਾਣਾ। ਤੇ ਉਧਰੋਂ ਮੇਰੇ ਪਿਤਾ ਜੀ ਆ ਗਏ, ਨਾਲ ਹੀ ਪਿਤਾ ਹੀ ਸੀਗੇ। ਤੇ ਪਿਤਾ ਜੀ ਅਰਜ਼ ਕੀਤੀ ਪਾਤਸ਼ਾਹ ਜੀ ਮੈਂ ਨਾ ਥੋੜ੍ਹਾ ਜਿਹਾ ਮੋਟਾ ਹੋ ਗਿਆ ਤੇ ਮੈਂ ਆਪਣੇ ਪੇਟ ਦਾ ਆਪਰੇਸ਼ਨ ਕਰਾਉਣਾ ਹੈ। ਤੇ ਪਾਤਸ਼ਾਹ ਜੀ ਬੜੇ ਮੁਸਕਰਾ ਕੇ ਕਹਿੰਦੇ ਸੂਬਾ ਜੀ ਨਹੀਂ ਨਹੀਂ ਤੁਸੀਂ ਨਹੀਂ ਕਰਾਉਣਾ, ਆਹ ਕੁੜੀ ਦਾ ਕਰਾਓ। ਤੇ ਬਚਨ ਹੋ ਗਿਆ ਜੀ। ਬਚਨ ਹੋਇਆ, ਇੱਦਾਂ ਕਰਦੇ ਕਰਦੇ 2 ਮਹੀਨੇ ਬਾਅਦ ਗੁੜੀਆ ਦਾ ਆਪਰੇਸ਼ਨ ਹੋ ਗਿਆ। ਆਪਰੇਸ਼ਨ ਜਿੱਦਾਂ ਕਿ ਉਹਦਾ ਭਾਰ ਸੀਗਾ ਪਹਿਲੇ 85 ਕਿਲੋ 90 ਕਿਲੋ, ਤੇ ਉਹਦਾ ਘਟਦਾ ਘਟਦਾ 5-6 ਮਹੀਨੇ ਵਿੱਚ 60 ਕਿਲੋ ਭਾਰ ਆ ਗਿਆ। ਫਿਰ ਜਦੋਂ ਦੁਬਾਰਾ ਸੱਚ ਪਾਤਸ਼ਾਹ ਨੂੰ ਭੈਣੀ ਸਾਹਿਬ ਦਰਸ਼ਨ ਦਿੱਤੇ ਪਾਤਸ਼ਾਹ ਨੇ ਕੀਤੇ, ਪਾਤਸ਼ਾਹ ਕਹਿੰਦੇ ਤੂੰ ਤੇ ਵਾਕਈ ਬੜੀ ਵਧੀਆ ਬਣ ਗਈ ਹੈ, ਬੜਾ ਵਧੀਆ ਹੋ ਗਿਆ। ਤੇ ਇੱਦਾਂ ਹੀ ਕਰਦੇ ਕਰਦੇ ਜੋ ਦੀਦੀ ਮੇਰੇ ਸੀਗੇ, ਦੀਦੀ ਬੜੀ ਫਿਕਰ ਕਰਨੀ, ਜੀਜੇ ਨੇ ਬੜੀ ਫਿਕਰ ਕਰਨੀ ਵੀ ਆਪਾਂ ਕੀ ਕਰ ਸਕਦੇ, ਕਿੱਦਾਂ ਕਰੀਏ। ਤੇ ਫਿਰ ਮੈਨੂੰ ਕਿਹਾ ਉਹਨਾਂ ਨੇ, ਫਿਰ ਮੈਂ ਇੱਥੇ ਪਤਾ ਕੀਤਾ ਸੀ ਲਾਇਬ੍ਰੇਰੀ 'ਚ, ਉਸਨੂੰ ਲਾਇਬ੍ਰੇਰੀਅਨ ਲਗਾਉਣ ਦੀ ਕੋਸ਼ਿਸ਼ ਕੀਤੀ, ਚਲੋ ਕੋਈ ਥੋੜ੍ਹੀ ਆਪਣੇ ਪੈਰਾਂ 'ਤੇ ਖੜੀ ਹੋਏਗੀ ਤੇ ਕੁਛ ਨਾ ਕੁਛ ਹੋ ਜਾਏਗਾ। ਤੇ ਪਰ ਨਹੀਂ, ਪਤਾ ਨਹੀਂ ਸਤਿਗੁਰੂ ਨੂੰ ਸੱਚ ਪਾਤਸ਼ਾਹ ਨੂੰ ਕੀ ਮਨਜ਼ੂਰ ਸੀਗਾ ਜੋ ਉਹਨਾਂ ਨੇ ਬਚਨ ਕੀਤੇ ਸੀਗੇ। ਤੇ ਕਰਦੇ ਕਰਦੇ ਦੇਖਦੇ ਦੇਖਦੇ ਉਹਦਾ ਵਿਆਹ ਹੋ ਗਿਆ ਜੀ। ਵਿਆਹ ਹੋਇਆ ਤੇ ਫਿਰ ਬੇਟਾ ਹੋ ਗਿਆ। ਤੇ ਹੁਣੇ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ 21-22 ਦਿਨ ਪਹਿਲੇ ਦੂਸਰਾ ਬੇਟਾ ਹੋਇਆ। ਤੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ, ਜੋ ਜਿਹਦੇ ਬਾਰੇ ਦੀਦੀ ਨੂੰ ਚਿੰਤਾ ਰਹਿਣੀ ਵੀ ਇਹਦੇ ਨਾਲ ਦੀ ਕੁੜੀਆਂ ਦਾ ਵਿਆਹ ਹੋ ਗਿਆ, ਬਾਕੀ ਬਾਕੀ ਸਾਡੀਆਂ ਕੁੜੀਆਂ ਉਹਨਾਂ ਦਾ ਅੱਗੇ ਹੋ ਜਾਏਗਾ, ਤੇ ਇਹਦਾ ਅਸੀਂ ਕਿੱਦਾਂ ਕਰਾਂਗੇ, ਬੜੀ ਚਿੰਤਾ ਕਰਨੀ। ਤੇ ਪਰ ਦੇਖੋ ਅੱਜ ਉਹਦੇ 2 ਬੇਟੇ ਨੇ ਜੀ, ਘਰ ਬਣ ਗਿਆ, ਘਰ ਵਾਲਾ ਵਧੀਆ ਹੋ ਗਿਆ। ਸੱਚ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਤਾਂ ਜੋ ਮਤਲਬ ਆਪਣੇ ਅੱਜ ਬੜੀ ਵਧੀਆ ਘਰ 'ਚ ਰਹਿ ਰਹੀ ਹੈ। ਸੱਚ ਪਾਤਸ਼ਾਹ ਦੀ ਬੜੀ ਕਿਰਪਾ ਹੋਈ ਹੈ ਜੀ। ਤੇ ਮੈਂ ਇੱਕ ਹੋਰ ਛੋਟੀ ਜਿਹੀ ਸਾਖੀ ਜੋ ਮੇਰੇ ਨਾਲ ਖੁਦ ਬੀਤੀ, ਜਦੋਂ ਮੇਰੇ ਪਿਤਾ ਜੀ ਦਾ ਆਖਰੀ ਟਾਈਮ ਆ ਗਿਆ। ਪਿਤਾ ਜੀ ਇੱਥੋਂ ਕਹਿੰਦੇ ਸੈਰ ਕਰਕੇ ਆਏ ਸਵੇਰੇ, ਤੇ ਪਿਤਾ ਜੀ ਕਹਿੰਦੇ ਵੀ ਮੈਨੂੰ ਨਾ ਥੋੜ੍ਹੀ ਜਿਹੀ ਪੇਟ 'ਚ ਹੋਰ ਤਰ੍ਹਾਂ ਹੋ ਰਹੀ ਹੈ, ਵੀ ਮੇਰੀ ਜਾਨ ਘੱਟ ਲੱਗ ਰਹੀ ਹੈ। ਤੇ ਪਿਤਾ ਜੀ ਆਪੇ ਗੱਡੀ ਚਲਾ ਕੇ ਚਲੇ ਗਏ, ਅਪੋਲੋ ਚਲੇ ਗਏ ਚੈੱਕਅਪ ਰੂਟੀਨ ਵੀ, ਚਲੋ ਚੈੱਕਅਪ ਕਰਾ ਲੈਣਾ ਮੈਂ। ਅਪੋਲੋ ਲੁਧਿਆਣੇ ਅਪੋਲੋ ਚਲੇ ਗਏ ਪਾਤਸ਼ਾਹ ਜੀ, ਤੇ ਰੂਟੀਨ ਚੈੱਕਅਪ ਕਰਾਉਣ ਵਾਸਤੇ ਚਲੇ ਗਏ। ਤੇ ਉੱਥੇ ਗਏ ਤੇ ਪਿਤਾ ਜੀ ਕਰਾਉਂਦੇ ਸਾਰਾ ਦਿਨ ਲੱਗ ਗਿਆ। ਤੇ ਡਾਕਟਰ ਫਿਰ ਐਂਡ 'ਚ ਕਹਿੰਦੇ ਵੀ ਤੁਸੀਂ ਅਲਟਰਾਸਾਊਂਡ ਕਰਾਓ। ਅਲਟਰਾਸਾਊਂਡ ਕਰਾਇਆ ਤੇ ਕਹਿੰਦੇ ਤੁਹਾਨੂੰ ਲੀਵਰ ਕੈਂਸਰ ਹੋ ਗਿਆ। ਇੱਕਦਮ ਜਦੋਂ ਹੋਇਆ ਤੇ ਸਾਰਾ ਪਰਿਵਾਰ ਸ਼ੌਕਡ ਹੋ ਗਿਆ। ਚੰਗੇ ਭਲੀ ਸਿਹਤ, ਆਪ ਜੀ ਨੂੰ ਪਤਾ ਕਿ ਕੋਈ ਇੱਦਾਂ ਦੀ ਗੱਲ ਹੀ ਨਹੀਂ ਸੀਗੀ। ਤੇ ਫਿਰ ਭੈਣੀ ਸਾਹਿਬ ਆਏ, ਭੈਣੀ ਸਾਹਿਬ ਪਾਤਸ਼ਾਹ ਨੂੰ ਅਰਜ਼ ਕੀਤੀ, ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਸੂਬਾ ਜੀ, ਸਭ ਠੀਕ ਹੋ ਜਾਣਾ, ਤੁਸੀਂ ਤਾਂ ਬਹੁਤ ਤਗੜੇ ਆ, ਚਿੰਤਾ ਨਾ ਕਰੋ, ਤੁਸੀਂ ਸਭ ਠੀਕ ਹੈ। ਘਰ ਆ ਗਏ ਅਗਲੇ ਦਿਨ ਚਿੰਤਾ ਤੇ ਹੋ ਹੀ ਜਾਂਦੀ ਜਦੋਂ ਡਾਕਟਰਾਂ ਨੇ ਇੱਦਾਂ ਹੀ ਵੱਡੀ ਗੱਲ ਕਹਿ ਦਿੱਤੀ। ਤੇ ਸਾਡੇ ਭੂਆ ਜੀ ਜਿਹੜੇ ਸੂਬਾ ਸਾਦਾ ਸਿੰਘ ਜੀ ਮੰਡੀ ਤੋਂ ਹੈਗੇ ਨੇ, ਉਹਨਾਂ ਦੀ ਬੇਟੀ PGI 'ਚ ਲੱਗੀ ਹੋਏ ਨੇ। ਦੀਦੀ ਨਾਲ ਗੱਲ, ਪਾਪਾ ਜੀ ਦਾ ਬੜਾ ਪਿਆਰ ਸੀ ਦੀਦੀ ਨਾਲ, ਤੇ ਦੀਦੀ ਨਾਲ ਗੱਲ ਕੀਤੀ। ਦੀਦੀ ਕਹਿੰਦੇ ਕੋਈ ਗੱਲ ਨਹੀਂ ਮਾਮਾ ਜੀ, ਤੁਸੀਂ PGI ਆ ਜਾਓ, ਆਪਾਂ ਚੈੱਕਅਪ ਕਰਾ ਲੈਂਦੇ, ਕੋਈ ਗੱਲ ਨਹੀਂ, ਆਪਾਂ ਦੇਖਦੇ ਕਿੱਦਾਂ। ਜਦੋਂ ਚੈੱਕਅਪ ਕਰਾਇਆ ਤੇ ਕਰਦੇ ਕਰਦੇ ਤੇ ਉਹਨਾਂ ਨੇ ਐਡਮਿਟ ਕਰ ਲਿਆ। ਕਹਿੰਦੇ ਵੀ ਨਹੀਂ ਕੰਮ ਜ਼ਿਆਦਾ ਖਰਾਬ ਹੈਗਾ, ਪਰ ਸਾਨੂੰ ਦੇਖਣ ਲੱਗੇ ਵੀ ਪਾਪਾ ਜੀ ਬਿਲਕੁਲ ਠੀਕ ਠਾਕ ਨੇ, ਕੋਈ ਇੱਦਾਂ ਦੀ ਗੱਲ ਹੀ ਨਹੀਂ। ਤੇ ਦਿਨ ਵਿੱਚ ਮੈਂ ਉਹਨਾਂ ਕੋਲ ਰਹਿੰਦਾ ਸੀਗਾ, ਤੇ ਭਾਜੀ ਦੁਕਾਨ 'ਤੇ ਹੋਣ ਕਰਕੇ ਭਾਜੀ ਫਿਰ ਰਾਤ ਨੂੰ ਜਾਂਦੇ ਸੀ।
ਇੱਦਾਂ ਹੀ ਕਰਦੇ ਕਰਦੇ 5-7 ਦਿਨ ਹੋਏ ਤੇ 20 ਜੁਲਾਈ ਦੇ ਕਰੀਬ ਨਾ ਪਾਸ਼ਾ ਤਕਰੀਬਨ ਡੇਲੀ ਗੱਲ ਕਰ ਲੈਂਦੇ ਸੀ ਪਿਤਾ ਨਾਲ ਵੀ ਮੇਰੀ ਗੱਲ ਕਰਾਓ ਸੂਬੇ ਨਾਲ, ਤੇ ਉਹਨਾਂ ਨੇ ਇਹੀ ਪਾਸ਼ਾ ਨੇ ਕਰਨੀ ਹੈ, ਹੁਕਮ ਕਰਨਾ ਵੀ ਤੁਸੀਂ ਸਾਹਿਬ ਜਗਜੀਤ ਸਿੰਘ ਦੇ ਚਰਨਾਂ 'ਚ ਧਿਆਨ ਰੱਖਣਾ ਹੈ, ਕੋਈ ਚੱਕਰ ਨਹੀਂ ਹੈਗਾ ਸੂਬੇ ਤੁਸੀਂ ਤਗੜੇ ਰਹਿਣਾ। ਪਾਸ਼ਾ ਨੇ ਹਮੇਸ਼ਾ ਇਹੀ ਕਹਿਣਾ। ਤੇ 20 ਜੁਲਾਈ ਨੂੰ ਜਦੋਂ ਮੈਂ 19 ਜੁਲਾਈ ਰਾਤੀ ਵਾਪਸ ਆਇਆ ਤੇ ਮੈਂ ਮੇਰੇ ਘਰ ਦੀ ਗੁਣਵੰਤ ਹੈਗੀ, ਮੈਂ ਉਹਨੂੰ ਕਿਹਾ ਗੁਣਵੰਤ ਆਪਾਂ ਨਾ ਚੱਲੀ ਪਾਸ਼ਾ ਨੂੰ ਅਰਜ਼ ਕਰਕੇ ਆਈਏ ਵੀ ਪਿਤਾ ਨੂੰ ਥੋੜੀ ਤਕਲੀਫ ਵੱਧਦੀ ਪਈ ਆ। ਤੇ ਮੈਂ ਜਾਂਦੇ ਜਾਂਦੇ ਮਾਛੀਵਾੜੇ ਕੋਲ ਪਹੁੰਚਿਆ ਜੀ, ਹਲੇ ਅੱਧੇ ਘੰਟੇ ਪਹਿਲੇ ਸਵੇਰੇ 4 ਵਜੇ ਤੁਸੀਂ ਚਲੇ ਗਏ, 4:30 ਵਜੇ ਮਾਛੀਵਾੜੇ ਪਹੁੰਚ ਗਏ ਤੇ ਮੈਨੂੰ ਪਿਤਾ ਜੀ ਦਾ ਫੋਨ ਆ ਗਿਆ ਸਵੇਰੇ ਕਹਿੰਦੇ ਵੀ ਮੈਨੂੰ ਸੋਨੂੰ ਕਹਿੰਦੇ ਸੀਗੇ, ਕਹਿੰਦੇ ਤੂੰ ਨਾ ਸੋਨੂੰ ਜਾ ਕੇ ਪਾਸ਼ਾ ਨੂੰ ਅਰਜ਼ ਕਰਦੇ ਵੀ ਮੈਨੂੰ ਤਕਲੀਫ ਕਾਫੀ ਹੈ, ਵੀ ਮੈਨੂੰ ਵੀ ਆਰ ਜਾਂ ਪਾਰ ਕਰ ਦਿਓ, ਵੀ ਮੈਂ ਹੁਣ ਤਕਲੀਫ ਥੋੜੀ ਜ਼ਿਆਦਾ ਹੋ ਗਈ ਹੈ। ਤੇ ਮੈਂ ਗਿਆ ਤੇ ਮੈਂ ਕਿਹਾ ਗੁਣਵੰਤ ਵੀ ਮੈਂ ਤਾਂ ਕਦੀ ਅਰਜ਼ ਨਹੀਂ ਕੀਤੀ, ਜੇ ਮੈਂ ਅਰਜ਼ ਕੀਤੀ ਤੇ ਮੇਰਾ ਤੇ ਮਨ ਭਰ ਜਾਣਾ, ਮੇਰਾ ਮਨ ਬਹੁਤ ਖਰਾਬ ਹੋ ਰਿਹਾ। ਤੇ ਮੈਂ ਕਿਹਾ ਮੈਂ ਕਿੱਦਾਂ ਅਰਜ਼ ਕਰਾਂਗਾ। ਚਲੇ ਗਏ, ਵਾਰ ਆਸਾ ਦੀ ਵਾਰ ਲੱਗੀ ਹੋਈ ਸੀਗੀ ਤੇ ਹਰੀ ਮੰਦਰ ਚਲੇ ਗਏ। ਹਰੀ ਮੰਦਰ ਗਏ ਤੇ ਅੰਦਰ ਐਂਟਰ ਕੀਤੇ, ਪਾਸ਼ਾ ਨੂੰ ਮੈਂ ਨਮਸਕਾਰ ਕੀਤੀ ਤੇ ਪਾਸ਼ਾ ਨੇ ਮੈਨੂੰ ਇਸ਼ਾਰਾ ਕੀਤਾ ਵੀ ਮੈਂ ਫਿਰ ਬੈਠ ਗਿਆ ਪਿੱਛੇ। ਤੇ ਪਾਸ਼ਾ ਨੇ ਜਦੋਂ ਅਰਦਾਸ ਹੋਈ, ਅਰਦਾਸ ਭੋਗ ਪੈਣ ਤੋਂ ਬਾਅਦ ਪਾਸ਼ਾ ਨੇ ਮੈਨੂੰ ਇਸ਼ਾਰਾ ਕੀਤਾ ਵੀ ਪਿੱਛੇ ਆ ਜਾਓ। ਪਿੱਛੇ ਮੇਰੀ ਚਿੰਤਾ ਤੇ ਉਹੀ ਬਣੀ ਵੀ ਮੈਂ ਅਰਜ਼ ਕਿੱਦਾਂ ਕਰਾਂਗਾ, ਸਾਰਿਆਂ ਵਿੱਚ ਮੈਂ ਅਰਜ਼ ਕਰ ਹੀ ਨਹੀਂ ਸਕਦਾ ਵੀ ਪਾਸ਼ਾ ਨੂੰ ਮੈਂ ਅਰਜ਼ ਕਰਾਂਗਾ ਵੀ ਮੇਰੇ ਮਨ ਤੇ ਮਤਲਬ ਵਾਲਾ ਤੁਹਾਨੂੰ ਪਤਾ ਹੀ ਵੀ ਪਿਤਾ ਜੀ ਦਾ ਇੱਦਾਂ ਔਖਾ ਹੋਣਾ ਤੇ ਮੈਨੂੰ ਬਹੁਤ ਹੋਣਾ। ਮੈਂ ਕਿਹਾ ਯਾਰ ਬਹੁਤ ਕੰਮ ਖਰਾਬ ਹੋ ਗਿਆ। ਤੇ ਮੈਂ ਗੁਣਵੰਤ ਨੂੰ ਕਿਹਾ ਵੀ ਮੈਂ ਫਿਰ ਚਲੋ ਚਲੇ ਗਏ, ਪਾਸ਼ਾ ਪਿੱਛੇ ਗਏ ਤੇ ਮਨ ਵਿੱਚ ਦੇਖੋ ਗੁਰੂ ਨੇ ਸਿੱਖ ਦੀ ਜਾਣ ਲੈਣੀ ਕਿੱਦਾਂ, ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੀ ਕਰਨਾ, ਸਾਨੂੰ ਤਾਂ ਕੁਝ ਨਹੀਂ ਪਤਾ। ਗੁਰੂ ਨੇ ਮੇਰੇ ਮਨ ਦੀ ਬੜੀ, ਆਪ ਜੀ ਨੂੰ ਪਤਾ ਕਿ ਗੁਰੂ ਤੇ ਮਨ ਦੀ ਜਾਣਨ ਵਾਲੇ ਨੇ ਜੀ, ਉਹਨਾਂ ਨੇ ਜਾਣਿਆ। ਤੇ ਮੈਂ ਜਦੋਂ ਹਰੀ ਮੰਦਰ ਦੇ ਪਿੱਛੇ ਗਿਆ, ਪਾਸ਼ਾ ਨੇ ਮੈਨੂੰ ਗਲਵੱਕੜੀ 'ਚ ਲਿਆ ਤੇ ਦੂਰ ਲੈ ਗਏ। ਹੁਣ ਮਤਲਬ ਜਾਣ ਲਿਆ ਵੀ ਇਹ ਨਹੀਂ ਕਰ ਪਾਊਗਾ ਤੇ ਮੇਰਾ ਮਨ ਭਰਿਆ ਸੀ ਬਹੁਤ ਜ਼ਿਆਦਾ। ਮੈਂ ਪਾਸ਼ਾ ਨੂੰ ਅਰਜ਼ ਕੀਤੀ ਵੀ ਪਾਸ਼ਾ ਵੀ ਪਿਤਾ ਇਸ ਟਾਈਮ ਜ਼ਿਆਦਾ ਨੇ ਵੀ ਆਪ ਜੀ ਕਿਰਪਾ ਕਰੋ। ਮੈਨੂੰ ਫੋਨ ਵੀ ਆਇਆ ਸੀ ਵੀ ਉਹ ਕਹਿੰਦੇ ਵੀ ਮੈਨੂੰ ਆਰ ਜਾਂ ਪਾਰ ਕਰ ਦਿਓ। ਤੇ ਪਾਸ਼ਾ ਕਹਿੰਦੇ ਉਹ ਕੋਈ ਗੱਲ ਨਹੀਂ, ਕਹਿੰਦੇ ਤੁਸੀਂ ਚਿੰਤਾ ਨਹੀਂ ਕਰਨੀ। ਮੈਂ ਪਾਸ਼ਾ ਕਿਰਪਾ ਕਰੋ ਵੀ ਇੱਕ ਵਾਰੀ ਪਿਤਾ ਨਾਲ ਗੱਲ ਕਰ ਲਓ ਫੋਨ ਤੇ। ਫਿਰ ਮੈਂ ਆਪਣਾ ਫੋਨ ਮਿਲਾਇਆ ਤੇ ਪਿਤਾ ਜੀ ਨਾਲ ਗੱਲ ਕਰਾਈ ਤੇ ਪਿਤਾ ਜੀ ਕਹਿੰਦੇ ਵੀ ਪਾਪਾ ਨੇ ਕਿਹਾ ਇਹਨਾਂ ਨੂੰ ਵੀ ਪਾਸ਼ਾ ਇੱਦਾਂ, ਤੇ ਪਿਤਾ ਜੀ ਪਾਸ਼ਾ ਕਹਿੰਦੇ ਵੀ ਕੋਈ ਗੱਲ ਨਹੀਂ ਸੂਬਾ ਜੀ, ਸੋ ਜਗਜੀਤ ਸਿੰਘ ਚਰਨਾਂ ਧਿਆਨ ਧਰੋ, ਕਿਰਪਾ ਹੋਵੇ ਵੀ ਆਪ ਜੀ ਨੂੰ ਦਰਦ ਨਾ ਹੋਵੇ, ਤਕਲੀਫ ਨਾ ਹੋਵੇ। ਸੱਚ ਮੈਨੇ ਇਹ ਕਿ ਹੁਕਮ ਕਰਤਾ, ਹੁਕਮ ਕੀਤਾ। ਤੇ ਮੈਂ ਕਿਹਾ ਪਾਸ਼ਾ ਵੀ ਡਾਕਟਰ ਤੇ ਆਪ ਜੀ ਸਭ ਤੋਂ ਵੱਡੇ ਡਾਕਟਰ ਹੋ, ਆਪ ਜੀ ਕਿਰਪਾ ਕਰੋ ਜੇ ਠੀਕ ਹੋ ਜਾਂਦੇ। ਤੇ ਮੈਨੂੰ ਕਹਿੰਦੇ ਕੋਈ ਨਹੀਂ ਵੀ ਭੁਪਿੰਦਰ ਚਿੰਤਾ ਨਾ ਕਰ, ਵੀ ਸੱਚ ਪੇ ਕਿਰਪਾ ਕਰਨ ਵੀ ਤਕਲੀਫ ਨਾ ਹੋਵੇ। ਐਨੇ ਕਰਕੇ ਅਸੀਂ ਵਾਪਸ ਆ ਗਏ। ਵਾਪਸ ਆ ਕੇ ਮੈਂ ਜਦੋਂ ਫਿਰ ਗਿਆ, ਮੈਂ ਜਾਣਾ ਸੀ ਕਿਉਂਕਿ ਦਿਨ 'ਚ ਮੈਂ ਜਾਂਦਾ ਸੀ, ਭਾਜੀ ਨੇ ਦੁਕਾਨ ਤੇ ਆਉਣਾ ਹੁੰਦਾ ਸੀਗਾ। ਮੈਂ ਗਿਆ, ਮੈਂ ਕਿਹਾ ਪਾਪਾ ਇੱਦਾਂ ਹੋਈ ਹੈ, ਪਾਸ਼ਾ ਜੀ ਨੇ ਹੁਕਮ ਕੀਤਾ ਵੀ ਠੀਕ ਹੈ ਕੋਈ ਗੱਲ ਨਹੀਂ। ਪਾਪਾ ਜੀ ਬੈਠੇ ਹੋਣਾ ਤੇ ਪਾਪਾ ਨੇ ਮੁੱਛਾਂ ਚੜਾ ਕੇ, ਤੁਹਾਨੂੰ ਪਤਾ ਵੀ ਸਾਰਿਆਂ ਨੂੰ ਸੂਬਾ ਜਿੱਦਾਂ ਟੌਰ ਕੱਢ ਕੇ ਰਹਿੰਦੇ ਸੀਗੇ। ਤੇ ਬਾਅਦ 'ਚ ਡਾਕਟਰ ਨੇ ਪੁੱਛਣਾ ਵੀ ਤੁਹਾਡੇ 'ਚ ਮਰੀਜ਼ ਕੌਣ ਹੈ। ਤੇ ਮਤਲਬ ਵੀ ਕਿਰਪਾ ਦੇਖੋ, ਮੈਂ ਕਹਿੰਦਾ ਵੀ ਕਿਰਪਾ ਦੀ ਗੱਲ ਕਰਦਾ ਵੀ ਕਿਰਪਾ ਪਾਸ਼ਾ ਨੇ ਆਪਣੇ ਉਦੋਂ ਹੀ ਕਿਰਪਾ ਕਰਤੀ, ਜੋ ਬਚਨ ਕਰਤਾ ਉਦੋਂ ਹੀ ਕਿਰਪਾ ਹੋ ਗਈ। ਤੇ ਫਿਰ ਇੱਦਾਂ ਹੀ ਕਰਦੇ ਕਰਦੇ ਜਦੋਂ ਫਿਰ ਅਸੀਂ ਤਕਰੀਬਨ 5 ਤਰੀਕ ਨੂੰ ਉੱਥੋਂ ਆਉਣਾ ਸੀ ਤੇ ਮੈਨੂੰ ਫਿਰ ਪਾਸ਼ਾ ਦਾ ਫੋਨ ਆਇਆ ਵੀ ਕਿੱਦਾਂ ਉਹਨਾਂ ਦਾ। ਮੈਂ ਕਿਹਾ ਪਾਸ਼ਾ ਵੀ ਅੱਜ ਛੁੱਟੀ ਮਿਲਣੀ ਆ ਤੇ ਛੁੱਟੀ ਵੀ ਪਿਤਾ ਜੀ ਕਹਿੰਦੇ ਵੀ ਮੈਨੂੰ ਹੁਣ ਘਰ ਲੈ ਚਲੋ ਵੀ ਮੈਂ ਨਹੀਂ ਇੱਥੇ ਰਹਿਣਾ। ਤੇ ਅਸੀਂ ਘਰ ਲੈ ਕੇ ਆਏ ਪਿਤਾ ਜੀ ਨੂੰ, ਘਰ ਲੈ ਕੇ ਰਾਤੀ 9 ਵਜੇ ਲੈ ਕੇ ਆਏ ਤੇ ਸਵੇਰੇ ਪਿਤਾ ਜੀ 5 ਵਜੇ ਕਹਿਣ ਲੱਗੇ ਵੀ ਮੈਂ ਇਸ਼ਨਾਨ ਕਰਾਤਾ ਸੀ, ਪਾਪੇ ਦਾ ਇਸ਼ਨਾਨ ਕਰਾਤਾ। ਤੇ ਕਹਿਣ ਲੱਗੇ ਵੀ ਸਤਿਗੁਰੂ ਰਾਮ ਸਿੰਘ ਜੀ ਆ ਗਏ, ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਉਦੇ ਸਿੰਘ ਆਉਣ ਲੱਗੇ। ਸਾਨੂੰ ਸਾਰਿਆਂ ਨੂੰ ਕਹਿਣ ਲੱਗੇ ਵੀ ਤੁਸੀਂ ਸਾਰੇ ਬੋਲੋ, ਉੱਚੀ ਉੱਚੀ ਬੋਲੋ, ਧੰਨ ਸਤਿਗੁਰੂ ਰਾਮ ਸਿੰਘ ਜੀ, ਧੰਨ ਸਾਹਿਬ ਜਗਜੀਤ ਸਿੰਘ, ਧੰਨ ਸਤਿਗੁਰੂ ਉਦੇ ਸਿੰਘ, ਦਰਵਾਜ਼ੇ ਖੋਲ੍ਹ ਦਿਓ ਕਹਿੰਦੇ ਸਾਰੇ। ਤੇ ਅਸੀਂ ਦਰਵਾਜ਼ੇ ਖੋਲ੍ਹਤੇ ਤੇ ਪਾਸ਼ਾ ਨਾਲ ਮੇਰੀ ਅਰਜ਼ ਹੋਈ। ਪਾਸ਼ਾ ਕਹਿੰਦੇ ਵੀ ਅਸੀਂ ਵਾਰ ਤੋਂ ਬਾਅਦ ਚੱਲਦੇ ਹਾਂ ਉੱਧਰੋਂ। ਤੇ ਪਾਸ਼ਾ ਕੇ ਪਾਪੇ ਨੇ ਹੱਥ 'ਚ ਪੈਸੇ ਫੜ ਲਏ ਤੇ ਬਸ ਇੱਦਾਂ ਹੀ ਬੋਲੀ ਜਾਣ, ਇੱਦਾਂ ਹੀ ਬੋਲੀ ਜਾਣ। ਤੇ ਜਦੋਂ ਉਹਨਾਂ ਦਾ ਆਖਰੀ ਟਾਈਮ ਆਇਆ ਪਾਪਾ ਜੀ ਦਾ ਆਖਰੀ ਟਾਈਮ ਆਇਆ ਤੇ ਕਹਿੰਦੇ ਮੈਨੂੰ ਉੱਪਰ ਬਿਠਾ ਦਿਓ। ਉੱਪਰ ਬਿਠਾਇਆ ਪਾਪਾ ਜੀ ਨੂੰ ਥੋੜ੍ਹਾ ਜਿਹਾ ਅਸੀਂ, ਤੇ ਅਰਦਾਸ ਕਰਨੀ ਸ਼ੁਰੂ ਕਰਤੀ ਜੀ। ਉਹਨਾਂ ਨੇ ਅਰਦਾਸ ਕੀਤੀ ਸਤਿਗੁਰੂ ਜਗਜੀਤ ਸਿੰਘ ਤੱਕ ਕਰਕੇ ਨਾ ਥੋੜ੍ਹੀ ਅੱਖਾਂ ਬੰਦ ਕਰ ਲਈਆਂ। ਤੇ ਵੱਡੇ ਭਾਜੀ ਕਹਿੰਦੇ ਪਾਪਾ ਜੀ ਹਾਜ਼ਰ ਹਜ਼ੂਰ, ਕਹਿੰਦੇ ਹਾਜ਼ਰ ਹਜ਼ੂਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਨਾਲ ਹੀ ਉਹਨਾਂ ਨੇ ਆਪਣੇ ਸਵਾਸ ਛੱਡਤੇ। ਮਤਲਬ ਗੁਰੂ ਜਿਹੜਾ ਹਾਜ਼ਰ ਹਜ਼ੂਰ ਉਹਨਾਂ ਨੇ ਨਾਮ ਲੈਣਾ ਸੀ। ਪਾਤਸ਼ਾਹ 15 ਮਿੰਟ ਬਾਅਦ ਅੰਦਰ ਆ ਕੇ 10 ਮਿੰਟ ਬਾਅਦ ਘਰ 'ਚ ਮਾਹੌਲ ਬਹੁਤ ਖਰਾਬ ਹੋ ਗਿਆ, ਸਾਰੇ ਚਾਚੇ ਤਾਏ ਸਾਰੇ ਇਕੱਠੇ ਹੋਏ ਸੀਗੇ। ਤੇ ਪਾਤਸ਼ਾਹ ਅੰਦਰ ਆਏ ਤੇ ਪਾਤਸ਼ਾਹ ਕਹਿੰਦੇ ਓਹੋ ਅੱਛਾ। ਜਦੋਂ ਪਤਾ ਲੱਗ ਗਿਆ ਸੀ ਫੋਨ ਤੇ ਦੱਸਤਾ ਸੀ, ਪਾਤਸ਼ਾਹ ਨੇੜੇ ਸੀ, 5-10 ਮਿੰਟ ਬਾਅਦ 'ਚ ਆ ਕੇ ਪਾਤਸ਼ਾਹ ਕਹਿੰਦੇ ਸੂਬਾ ਜੀ ਮੋਹ ਬੜਾ ਕਰਦੇ ਸੀ, ਬੜਾ ਪਿਆਰ ਕਰਦੇ ਸੀ, ਮੇਰਾ ਬੜਾ ਦਿਲ ਸੀਗਾ ਸੂਬਾ ਜੀ ਨੂੰ ਮਿਲਣ ਦਾ, ਪਰ ਕਹਿੰਦੇ ਬਿਲਕੁਲ ਕਿਸੇ ਨੇ ਹਰਖ ਨਹੀਂ ਕਰਨਾ ਹੈਗਾ। ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ 'ਚ ਗਏ ਨੇ ਸਿੱਧੇ। ਜਦੋਂ ਗੁਰੂ ਨੇ ਬਚਨ ਕਰਤਾ ਸਾਰਾ ਪਰਿਵਾਰ ਹੌਲੀ ਹੌਲੀ ਠੀਕ ਹੋ ਗਿਆ। ਪਾਤਸ਼ਾਹ ਜੋ ਪਾਪਾ ਨੇ ਹੱਥ 'ਚ ਪੈਸੇ ਫੜੇ ਸੀ, ਅਸੀਂ ਮੱਥਾ ਟੇਕਿਆ, ਪਾਤਸ਼ਾਹ ਨੇ ਬੜਾ ਪਿਆਰ ਸਾਰੇ ਪਰਿਵਾਰ ਨੂੰ ਕੀਤਾ ਤੇ ਪਾਤਸ਼ਾਹ ਫਿਰ ਚਲੇ ਗਏ। ਇੱਦਾਂ ਹੀ ਕਰਦੇ ਕਰਦੇ ਫਿਰ 2018 'ਚ ਅੱਸੂ ਦੇ ਮੇਲੇ ਤੋਂ ਮੈਨੂੰ ਭੈਣੀ ਸਾਹਿਬ ਤੋਂ ਫੋਨ ਆਇਆ ਵੀ ਆਪ ਜੀ ਨੂੰ ਪਾਤਸ਼ਾਹ ਨੇ ਯਾਦ ਕੀਤਾ। ਮੇਲਾ ਚੱਲ ਰਿਹਾ ਸੀਗਾ, ਅਸੀਂ ਸਾਰਿਆਂ ਨੇ ਜਾਣਾ ਸੀਗਾ ਦਰਸ਼ਨ ਕਰਨ ਵਾਸਤੇ। ਮੈਂ ਹਲੇ ਉੱਥੇ ਪਾਰਕ ਕਰ ਰਿਹਾ ਸੀ ਗੱਡੀ, ਫਿਰ ਮੈਨੂੰ ਫੋਨ ਆ ਗਿਆ ਸਟੇਜ ਤੋਂ ਕਿ ਜਲਦੀ ਆਓ, ਪਾਤਸ਼ਾਹ ਨੇ ਆਪ ਨੂੰ ਯਾਦ ਕੀਤਾ। ਮੈਂ ਗਿਆ ਤੇ ਸਟੇਜ ਤੇ ਪਿੱਛੋਂ ਬੈਠਾ ਤੇ ਬਸ ਮੈਨੂੰ ਪਤਾ ਨਹੀਂ ਸੀ। ਪਾਤਸ਼ਾਹ ਨੇ 10 ਮਿੰਟ ਬਾਅਦ ਸੂਬਾ ਬਲਵਿੰਦਰ ਸਿੰਘ ਜੀ ਚੱਲ ਭੈਣੀ ਸਾਹਿਬ ਤੋਂ ਉਹਨੇ ਅਨਾਉਂਸਮੈਂਟ ਕਰਤੀ ਵੀ ਅੱਜ ਤੋਂ ਬਾਅਦ ਰੋਪੜ ਤੋਂ ਸੂਬਾ ਭੁਪਿੰਦਰ ਸਿੰਘ ਨੂੰ ਸੱਚ ਪਏ ਨੇ ਸੂਬਾ ਥਾਪਿਆ।
ਤੇ ਕਿਰਪਾ ਤਾਂ ਉਹਨਾਂ ਨੇ ਕਰਨੀ ਹੈ। ਸਾਡੇ 'ਚ ਤੇ ਉਹ ਗੁਣ ਕੋਈ ਹੈ ਹੀ ਨਹੀਂ, ਮੈਨੂੰ ਲੱਗਦਾ ਮੇਰੇ 'ਚ ਤੇ ਕੋਈ ਗੁਣ ਹੀ ਨਹੀਂ ਹੈ। ਪੈਂਟਾਂ ਪਾਉਣ ਵਾਲੇ ਬੰਦੇ ਸੀ, ਸਭ ਕੁਝ ਸੀਗੇ। ਹੁਣ ਸਚਪਨ ਆਪੇ ਹੀ ਕੰਨ ਫੜ ਕੇ ਘੁਮਾ ਦਿੰਦੇ ਨੇ, ਯੂ ਟਰਨ ਮਰਾਤਾ ਤੇ ਆਪੇ ਜੋ ਕਰਾਉਣਾ ਤੇ ਉਹਨਾਂ ਨੇ ਕਰਾਉਂਦੇ ਪਏ ਨੇ ਜੀ। ਉਹ ਤੇ ਉਹਦੀ ਬਖਸ਼ਿਸ਼ ਸਚਪਾਈ ਦੀ ਹੋ ਰਹੀ ਹੈ। ਤੇ ਇੱਥੇ ਚਾਚਾ ਜੀ ਦੇ ਘਰ ਮੇਲਾ ਸੀਗਾ, ਅਰਜ਼ੀ ਕਰਨ ਗਏ, ਮੈਂ ਵੀ ਅਰਜ਼ੀ ਕਰਨ ਗਿਆ। ਪਾਤਸ਼ਾਹ ਨੇ ਮਨਜ਼ੂਰ ਕੀਤੀ ਤੇ ਪਾਤਸ਼ਾਹ ਨੇ ਆਪਣੇ ਉਪਦੇਸ਼ ਦਿੱਤਾ। ਪਾਤਸ਼ਾਹ ਨੇ ਉਪਦੇਸ਼ 'ਚ ਹੀ ਕਹਿ ਦਿੱਤਾ ਕਿ ਸਾਧੂ ਜਗਜੀਤ ਸਿੰਘ ਨੇ ਜਣਾਇਆ ਤੇ ਮੈਂ ਭੁਪਿੰਦਰ ਸਿੰਘ ਨੂੰ ਸੂਬਾ ਬਣਾ ਦਿੱਤਾ। ਮਤਲਬ ਜਾਣਨ ਵਾਲੇ, ਦਿਲਾਂ ਦੀ ਜਾਣਨ ਵਾਲੇ, ਮੈਂ ਪਹਿਲੇ ਹੀ ਕਹਿੰਦਾ ਉਹਨਾਂ ਨੂੰ ਕੋਈ ਦੱਸਣ ਵਾਲੀ ਗੱਲ ਹੀ ਨਹੀਂ ਹੈਗੀ। ਮਤਲਬ ਵੀ ਇਹ ਮੈਂ ਕਹਿੰਦਾ ਬੜੀਆਂ ਛੋਟੀਆਂ ਗੱਲਾਂ ਨੇ ਜੋ ਆਪ ਜੀ ਨੇ ਕਰ ਰਹੇ ਆ। ਬਹੁਤ ਹੱਡ ਬੀਤੀਆਂ ਸੱਚਪਾ ਹੈ ਦੀ, ਸੱਚਪਾ ਬੜੀ ਬਖਸ਼ਿਸ਼ ਕਰਦੇ ਨੇ। ਮੰਡੀ ਜਾਂਦੇ ਨੇ, ਆਉਂਦੇ ਨੇ ਤੇ ਸਾਨੂੰ ਜਿੰਨਾ ਵੀ ਆਪਣੇ ਸਮੇਂ ਅਨੁਸਾਰ ਸੱਚਪਾ ਹੈ, ਕਦੀ 5 ਮਿੰਟ 10 ਮਿੰਟ 15 ਮਿੰਟ ਜੋ ਉਹਨਾਂ ਨੂੰ ਮਨਜ਼ੂਰ ਹੈ ਸਾਨੂੰ ਦਰਸ਼ਨ ਦਿੰਦੇ ਨੇ। ਕਦੀ ਉਹਨਾਂ ਨੇ, ਮੈਂ ਛੋਟੀ ਜਿਹੀ ਗੱਲ ਦੱਸਦਾ, ਹੁਣ ਅਸੀਂ ਅੱਸੂ ਦਾ ਮੇਲਾ ਜਦੋਂ ਹੁੰਦਾ ਹੈ ਜੀ, ਉਦੋਂ ਪ੍ਰਯੋਗ ਰੱਖਿਆ ਹੋਇਆ ਸੀਗਾ ਤੇ ਪਾਤਸ਼ਾਹ ਨੂੰ ਮਨਜ਼ੂਰੀ ਮਿਲ ਗਈ। ਪਾਤਸ਼ਾਹ ਕਹਿੰਦੇ ਚਲੋ ਠੀਕ ਹੈ ਮੈਂ ਆਉਂਗਾ। ਪਤਾ ਆਪ ਜੀ ਨੂੰ ਵੀ ਕੋਵਿਡ ਦਾ ਟਾਈਮ ਸੀਗਾ ਉਦੋਂ ਬਹੁਤ ਜ਼ਿਆਦਾ, ਤੇ ਪਾਤਸ਼ਾਹ ਨੂੰ ਫਿਰ ਅਰਜ਼ ਬੇਨਤੀ ਕੀਤੀ। ਪਾਤਸ਼ਾਹ ਕਹਿੰਦੇ ਚਲੋ ਠੀਕ ਹੈ ਸੂਬਾ ਜੀ ਮੈਂ ਜ਼ਰੂਰ ਆਉਂਗਾ। ਤੇ ਸੂਬਾ ਪਾਤਸ਼ਾਹ ਜੀ ਸਵੇਰੇ 4:30 ਵਜੇ ਸਾਡੇ ਕੋਲ ਪਹੁੰਚ ਗਏ ਜੀ। ਸੰਗਤ ਇਹਨੂੰ ਇੰਨਾ ਨਿਹਾਲ ਕੀਤਾ, ਇੰਨੀ ਬਖਸ਼ਿਸ਼ ਕੀਤੀ ਬਈ ਬਸ ਮੈਂ ਤੁਹਾਨੂੰ ਕੀ ਦੱਸਾਂ ਜੀ, ਦੱਸਣ ਵਾਲੀ ਨਹੀਂ, ਮਨ ਭਰ ਜਾਂਦਾ ਜਦੋਂ ਪਾਤਸ਼ਾਹ ਜੀ ਸਾਡੇ ਨਿਮਾਣੇ ਦੀ ਅਰਜ਼ ਮੰਨ ਲੈਂਦੇ ਨੇ ਤੇ ਇੰਨੀ ਕਿਰਪਾ ਕਰਦੇ ਨੇ। ਬਹੁਤ ਜ਼ਿਆਦਾ ਕਿਰਪਾ ਕੀਤੀ ਸੱਚਪਾਈ ਨੇ, ਬੜੀ ਸੰਗਤ ਖੁਸ਼ ਹੋਈ ਜੀ। ਬਾਕੀ ਸੱਚਪਾਈ ਜੀ ਕਿਰਪਾ ਕਰਦੇ ਨੇ, ਉਹਨਾਂ ਦੀ ਕਿਰਪਾ ਨਾਲ ਅਸੀਂ ਹਰ ਸ਼ਨੀਵਾਰ ਇੱਥੇ ਪ੍ਰੋਗਰਾਮ ਕਰਦੇ ਹਾਂ ਜੀ। ਕਦੀ ਅਸੀਂ ਭੈਣੀ ਸਾਹਿਬ ਤੋਂ, ਕਦੀ ਦਿੱਲੀ ਤੋਂ, ਕੋਈ ਵੀ ਰਾਗੀ ਵਧੀਆ ਤੋਂ ਵਧੀਆ ਜਥੇਦਾਰ ਨੂੰ ਬੁਲਾ ਕੇ ਇੱਥੇ ਪ੍ਰੋਗਰਾਮ ਕਰਦੇ ਜੀ, ਲੰਗਰ ਕਰਦੇ ਹਾਂ। ਕਰਾਉਣ ਵਾਲੇ ਤਾਂ ਉਹੀ ਨੇ ਜੀ, ਉਹਨਾਂ ਨੇ ਹੀ ਕਰਾਉਣੀ ਹੈ, ਉਹੀ ਕਰਾਉਂਦੇ ਨੇ। ਤੇ ਉਹੀ ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਪੰਥ ਦੀ ਜੈ ਜੈਕਾਰ ਹੋਵੇ, ਸਾਡੇ ਸਤਿਗੁਰੂ ਦੀ ਜੈ ਜੈਕਾਰ ਹੋਵੇ। ਸੋ ਗੱਲਾਂ ਤਾਂ ਬਹੁਤ ਨੇ। ਬਾਕੀ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਆਪ ਜੀ ਨੇ ਨਿਮਾਣੇ ਨੂੰ ਚਲੋ ਮਾਣ ਬਖਸ਼ਿਆ, ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਾਧ ਸੰਗਤ ਜੀ, ਸਤਿਗੁਰੂ ਜੀ ਦੀਆਂ ਸਾਖੀਆਂ ਆਪ ਜੀ ਲਗਾਤਾਰ ਸੁਣਦੇ ਹੋ, ਦੇਖਦੇ ਹੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪਣੇ ਜਿਹੜੇ WhatsApp ਗਰੁੱਪ ਨੇ ਉਹਦੇ ਸ਼ੇਅਰ ਕਰਿਆ ਕਰੋ। ਧੰਨਵਾਦ ਜੀ।